हे निमाणिਆਂ ਦੀ ਮਾਨ, ਤਾਣਿਆਂ ਦੀ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ। ਆਪ ਜੀ ਦੇ ਮਹਾਨ ਪਵਿੱਤਰ ਪਾਵਨੇ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸੰਬੰਧਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਦੇ ਮਹਾਵਾਕਾਂ ਅਨੁਸਾਰ ਜੋ ਸੂਰਾ ਤਿਸੀ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਪਰਨਾ ਦੇ ਮਹਾਵਾਕਾਂ ਅਨੁਸਾਰ ਆਪ ਜੀ ਦੇ ਦਰ ਕਰਦੇ ਸਿੱਖ ਪ੍ਰੀਤਮਾਨ ਸਿੱਖ ਕੌਮ ਦੇ ਪਹਿਰੇਦਾਰ ਸ਼ਹੀਦ ਭਾਈ ਰਵਿੰਦਰ ਸਿੰਘ ਜੀ, ਸ਼ਹੀਦ ਭਾਈ ਹਰਮਿੰਦਰ ਸਿੰਘ ਜੀ, ਸ਼ਹੀਦ ਭਾਈ ਬਲਬੀਰ ਸਿੰਘ ਜੀ, ਸ਼ਹੀਦ ਭਾਈ ਝਲਮਰ ਸਿੰਘ ਜੀ, ਜੋ 4 ਫਰਵਰੀ 1986 ਨੂੰ ਨਕੋਦਰ ਗੋਲੀकांड ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਰਹੀ ਬੇਅਦਬੀ ਦੇ ਸੰਬੰਧ ਵਿੱਚ ਬੇਅਦਬੀ ਨੂੰ ਰੋਕਣ ਵਾਸਤੇ ਜ਼ਾਲਮ ਸਰਕਾਰ ਵੱਲੋਂ ਗੋਲੀਆਂ ਨਾਲ ਸ਼ਹੀਦ ਕੀਤੇ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਰੂਹ ਦੀ ਕਲਿਆਣਤਾ ਵਾਸਤੇ, ਉਹਨਾਂ ਸਿੰਘਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਉਹਨਾਂ ਦੇ ਗੁਰਮੁਖ ਪਰਿਵਾਰਾਂ ਵੱਲੋਂ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਰਲ ਮਿਲ ਕੇ ਪਰਸੋਂ ਤੋਂ ਧੁਰ ਕੇ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਮਹਾਨ ਕਿਰਪਾ ਹੋਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। 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 ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਆਪਣੀ ਪੁਲਿਸ ਦੁਆਰਾ ਉਸ ਮਾਰਚ ਦੇ ਉੱਤੇ ਵੀ ਬਹੁਤ ਤਸ਼ੱਦਦ ਢਾਇਆ ਤੇ ਉਸ ਤੋਂ ਬਾਅਦ ਜਿਹੜੇ 4 ਸਿੰਘ ਸਨ, ਭਾਈ ਰਵਿੰਦਰ ਸਿੰਘ ਜੀ ਪਿੰਡ ਲਿੱਤਰਾਂ, ਭਾਈ ਹਰਵਿੰਦਰ ਸਿੰਘ ਜੀ ਚਖੌਰ ਝਲੋਪਰ, ਭਾਈ ਬਲਵੀਰ ਸਿੰਘ ਜੀ, ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਤੇ ਭਾਈ ਝਿਰਮਲ ਸਿੰਘ ਜੀ ਗੋਰਸੀਆਂ, ਇਹਨਾਂ 4 ਸਿੰਘਾਂ ਨੂੰ ਪਹਿਲਾਂ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਲਿਆ ਤੇ ਫਿਰ ਉੱਥੋਂ ਇੱਕ ਜਗ੍ਹਾ ਦੇ ਉੱਤੇ ਖੜ ਕੇ ਉੱਥੇ ਬੜੇ ਨੇੜੇ ਤੋਂ ਗੋਲੀਆਂ ਮਾਰੀਆਂ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਲੈਕਨਿੰਗ ਆਈ ਕਿ ਕੰਨਾਂ 'ਤੇ ਰੱਖ ਕੇ ਗੋਲੀਆਂ ਮਾਰੀਆਂ ਗਈਆਂ ਨੇ, ਪਰ ਉਸ ਦਾ ਇਨਸਾਫ ਲੈਣ ਲਈ ਹਰ ਖਾਲਸਾ ਪੰਥ ਨੇ ਤਰੀਕਾ ਵਰਤਿਆ। ਪਰਿਵਾਰ ਅੱਜ ਤੱਕ ਵੀ ਲੰਮੀ ਲੜਾਈ ਲੜ ਰਹੇ ਨੇ। ਅਜੇ ਵੀ ਉਹ ਜਿਹੜਾ ਕੇਸ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ, ਪਰ ਨਾ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ, ਨਾ ਕਟਹਿਰੇ ਵਿੱਚ ਅਜੇ ਤੱਕ ਖੜਾ ਕੀਤਾ ਗਿਆ। ਇਹਦੇ ਵਿੱਚ ਵੱਡੇ ਵੱਡੇ ਉਸ ਸਮੇਂ ਦੀ ਬਰਨਾਲਾ ਸਰਕਾਰ ਦੇ ਜਿਹੜੇ ਬਿਊਰੋਕਰੇਟ ਨੇ ਉਹ ਵੀ ਦੋਸ਼ੀ ਨੇ ਤੇ ਗੋਲੀਆਂ ਮਾਰਨ ਵਾਲੀ ਹੋਰ ਪੁਲਿਸ ਵੀ ਦੋਸ਼ੀ ਆ ਤੇ ਬਰਨਾਲਾ ਸਰਕਾਰ ਵੀ ਦੋਸ਼ੀ ਆ। ਲੰਮਾ ਸਮਾਂ ਜਦੋਜਹਿਦ ਕਰਨ ਤੋਂ ਬਾਅਦ ਵੀ ਅਜੇ ਤੱਕ ਖਾਲਸਾ ਪੰਥ ਨੂੰ ਆਪਣੇ ਸ਼ਹੀਦਾਂ ਦਾ ਇਸ ਦੇਸ਼ ਵਿੱਚ, ਇਸ ਦੇਸ਼ ਦੇ ਸੰਵਿਧਾਨ, ਇਸ ਦੇਸ਼ ਦੇ ਕਾਨੂੰਨ ਅਨੁਸਾਰ ਕੋਈ ਇਨਸਾਫ ਨਹੀਂ ਮਿਲਿਆ। ਇੱਥੋਂ ਸਪਸ਼ਟ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ, ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਇਹ ਨਿਆਂ ਲੈਣ ਲਈ ਖਾਲਸਾ ਪੰਥ ਨੂੰ ਇੱਕ ਸੁਰਤਾ ਵਿੱਚ ਆਉਣਾ ਚਾਹੀਦਾ ਹੈ ਤੇ ਉਹਨਾਂ ਚਿਰ ਜਦੋਜਹਿਦ ਜਾਰੀ ਰੱਖਣੀ ਚਾਹੀਦੀ ਹੈ ਜਿੰਨਾ ਚਿਰ ਨਿਆਂ ਨਹੀਂ ਮਿਲਦਾ। ਉਸ ਤੋਂ ਬਾਅਦ ਕਿੰਨੀਆਂ ਬੇਅਦਬੀਆਂ ਹੋਈਆਂ। ਬਹਿਬਲ ਕਲਾਂ ਦੇ ਵਿੱਚ ਵੀ ਗੋਲੀ ਚਲਾ ਕੇ ਸਮੇਂ ਦੀ ਬਾਦਲ ਸਰਕਾਰ ਨੇ ਉਹਨਾਂ ਲੋਕਾਂ 2 ਸੂਰਬੀਰਾਂ ਨੂੰ ਸ਼ਹੀਦ ਕਰ ਦਿੱਤਾ ਤੇ
ਹੋਰ ਥਾਂ ਵੀ ਗੋਲੀ ਚਲਾਈ ਗਈ। ਸਿੱਧਵਾਂ ਚੌੜ ਦੇ ਵਿੱਚ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਬਹਿਬਲ ਕਲਾਂ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਹੋਏ। ਬੰਦੀ ਸਿੰਘ ਜਿਹੜੇ ਸਾਡੇ ਨੇ ਉਹ ਅਜੇ ਤੱਕ ਵੀ ਲੰਬੀਆਂ ਸਜ਼ਾਵਾਂ ਭੁਗਤਣ ਦੇ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਸੋ ਖਾਲਸਾ ਜੀ ਇੱਕ ਸੁਰਤਾ ਵਿੱਚ ਆ ਕੇ ਸਮੂਹ ਖਾਲਸਾ ਪੰਥ ਨੂੰ ਸਮਰਪਿਤ ਜਥੇਬੰਦੀਆਂ ਹਰ ਨਾਨਕ ਨਾਮ ਲੇਵਾ ਨਿਆਂ ਲੈਣ ਲਈ ਇਕਜੁੱਟ ਹੋਵੋ ਤੇ ਉਹਨਾਂ ਚਿਰ ਜਦੋਜਹਿਦ ਕਰਦੇ ਰਹੀਏ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਦੇਵ ਸਿੰਘ ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾ, ਜਿਹੜੇ ਕਿ 4 ਫਰਵਰੀ 1986 ਨੂੰ ਗੁਰੂ ਨਾਨਕਪੁਰਾ ਮਹੱਲਾ ਨਕੋਦਰ ਵਿੱਚ ਗੁਰੂ ਮਹਾਰਾਜ ਦੀਆਂ 5 ਬੀੜਾਂ ਜਿਨ੍ਹਾਂ ਨੂੰ ਸਾੜ ਦਿੱਤਾ ਗਿਆ ਸੀ ਤੇ ਉਹਨਾਂ ਦੀ ਬੇਅਦਬੀ ਨਾ ਸਹਾਰਦੇ ਹੋਏ ਉਸ ਵੇਲੇ ਦੇ ਇਹ ਚਾਰੇ ਨੌਜਵਾਨ ਜਿਹੜੇ ਸੀਗੇ ਸ਼ਾਂਤਮਈ ਰੋਸ ਮੁਜ਼ਾਹਰੇ 'ਚ ਜਾ ਰਹੇ ਸੀ ਤੇ ਇਹ ਘਟਨਾ ਜਿਹੜੀ ਹੈਗੀ ਆ 4 ਫਰਵਰੀ 1986 ਨੂੰ ਵਾਪਰੀ ਸੀ। ਇਹਨਾਂ ਬਿਨਾਂ ਦੱਸੇ ਬਿਨਾਂ ਇਹਨਾਂ ਤੇ ਕੋਈ ਗੱਲ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਤੇ ਗੋਲੀਆਂ ਮਾਰੀਆਂ ਗਈਆਂ ਤੇ ਇਹਨਾਂ ਨੂੰ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਚੱਲੀਆਂ ਉਹਨਾਂ ਦੇ ਵਿੱਚ ਤਕਰੀਬਨ ਜਿਹੜੀ ਜਸਟ ਗੁਰਨਾਮ ਸਿੰਘ ਦੀ ਰਿਪੋਰਟ ਹੈ ਉਹਦੇ ਵਿੱਚ 350 ਤੋਂ ਲੈ ਕੇ 400 ਰਾਊਂਡ ਗੋਲੀ ਚੱਲੀ। ਔਰ ਜਦੋਂ ਜਸਟ ਗੁਰਨਾਮ ਸਿੰਘ ਜਿਹੜੇ ਕਿ ਜਿਨ੍ਹਾਂ ਨੇ ਮਿਸ਼ਨ ਬਣਿਆ ਸੀ ਜਸਟਿਸ ਦਾ, ਉਹਨਾਂ ਨੇ ਜਦੋਂ ਇਨਕੁਆਇਰੀ ਕੀਤੀ ਉਦੋਂ ਵੀ ਖਾਲੀ ਖੋਲ ਜਿਹੜੇ ਹੈਗੇ ਆ ਸ਼ੇਰਪੁਰ ਪਿੰਡ 'ਚੋਂ ਵੀ ਤੇ ਪਿੰਡ ਦੀਆਂ ਗਲੀਆਂ 'ਚੋਂ ਵੀ ਉਹਨਾਂ ਨੇ ਇਕੱਠੇ ਕੀਤੇ ਤੇ ਉਹਨਾਂ ਦੀ ਰਿਪੋਰਟ ਦੇ ਵਿੱਚ ਕਲੀਅਰ ਲਿਖਿਆ ਕਿ ਉਸ ਵੇਲੇ ਦੇ ਜਿਹੜੇ ਪੁਲਿਸ ਅਫਸਰ ਸੀ, ਉਸ ਵੇਲੇ ਦੇ ਜਿਹੜੇ ਡੀਸੀ ਸੀ, ਉਸ ਵੇਲੇ ਦੇ ਉਹਨਾਂ ਦੇ ਆਰਡਰਾਂ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ, ਜਿਹੜੇ ਕਿ ਉਸ ਵੇਲੇ ਨਕੋਦਰ ਦੇ ਥਾਣੇ ਦੇ ਵਿੱਚ ਬੈਠੇ ਸੀ ਅਜ਼ਹਾਰ ਆਲਮ ਤੇ ਉਹਨਾਂ ਨੇ ਅਸ਼ਨੀ ਕੁਮਾਰ ਨੂੰ ਵਰਬਲੀ ਆਰਡਰ ਦਿੱਤੇ, ਜਿਹੜਾ ਉਹ ਕਹਿੰਦਾ ਮੈਂ ਉਹਨਾਂ ਦੇ ਨਾਲ ਪੂਰੇ ਸੰਪਰਕ 'ਚ ਰਿਹਾ। ਸੰਪਰਕ 'ਚ ਹੋਣ ਦੇ ਬਾਵਜੂਦ ਬਿਨਾਂ ਨਹੱਥੇ ਬੱਚਿਆਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ, ਜਿਹੜਾ ਉਹਨਾਂ ਨੂੰ ਛਲਣੀ ਕੀਤਾ, ਉਹ ਰਿਪੋਰਟ ਅੱਜ ਤੱਕ ਜਿਹੜੀ ਹੈਗੀ ਆ ਉਹ ਦੱਬੀ ਆ। ਸਾਨੂੰ ਕੋਈ ਵੀ ਰਿਕਾਰਡ ਨਾ ਕਿਤੇ ਥਾਣੇ 'ਚੋਂ ਮਿਲਦਾ ਹੈ, ਨਾ ਜਿਹੜੀ ਰਿਪੋਰਟ ਜਸਟਿਸ ਗੁਰਨਾਮ ਸਿੰਘ ਦੀ ਆ ਉਹਦੇ 2 ਪਾਰਟ ਆ। ਉਹਦਾ ਪਹਿਲਾ ਪਾਰਟ ਵੀ ਸਾਨੂੰ 33 ਸਾਲ ਬਾਅਦ ਜਾ ਕੇ 2019 ਵਿੱਚ ਮਿਲਿਆ, ਜਿਹਦੇ ਲਈ ਬਹੁਤ ਹੀ ਜਹਿਦ ਕੀਤੀ ਹੈਗੀ ਸੀ ਉਸ ਵੇਲੇ ਫੂਲਕਾ ਸਾਹਿਬ ਨੇ, ਕਮਰ ਸੰਧੂ ਸਾਹਿਬ ਨੇ ਤੇ ਆਪਣੇ ਹਰਪਾਲ ਸਿੰਘ ਚੀਮਾ ਜੀ ਨੇ ਵੀ ਤੇ ਇਸ ਵੇਲੇ ਦੇ ਜਿਹੜੇ ਹੁਣ ਇਸ ਵੇਲੇ ਦੇ ਮੌਜੂਦਾ ਜਿਹੜੇ ਸਪੀਕਰ ਸਾਹਿਬ ਉਹਨਾਂ ਨੇ ਵੀ ਤਾਂ ਪਰ ਉਹਨਾਂ ਨੇ ਉਦੋਂ ਵੀ ਕਿਹਾ ਸੀ, ਹੁਣ ਵੀ ਕਹਿੰਦੇ ਸੀਗੇ ਵੀ ਅਸੀਂ ਇਹਨਾਂ ਦੀ ਮਾਫੀ ਮੰਗਾਂਗੇ। ਨਾ ਉਹ 5 ਸਰਕਾਰਾਂ ਬਦਲ ਗਈਆਂ, 5 ਸੀਐਮ ਬਦਲੇ। ਬਰਨਾਲੇ ਦੇ ਵੇਲੇ ਇਹ ਕੁਛ ਹੋਇਆ। ਦੂਸਰਾ ਸੀਐਮ ਜਿਹੜੇ ਸੀਗੇ 5 ਸਾਲ 15 ਸਾਲ ਉਹਨਾਂ ਨੇ ਨੌਕਰੀ ਕੀਤੀ, ਜਿਹੜੇ ਕਿ ਫਖਰੇ ਕੌਮ ਵੀ ਕਹਾਉਂਦੇ ਆ। ਉਹਨਾਂ ਪੁਲਿਸ ਅਫਸਰਾਂ ਨੂੰ ਤੇ ਉਹਨਾਂ ਡੀਸੀ ਨੂੰ ਉਹਨਾਂ ਨੂੰ ਬਹੁਤ ਉੱਚ ਅਹੁਦਿਆਂ ਤੇ ਦਿੱਤੇ ਤੇ ਉਹਨਾਂ ਨੂੰ ਆਪਣੀ ਜਿਹੜੀ ਸੀ ਉਹਨਾਂ ਦੀ ਪਾਰਟੀ ਉਹਦੇ ਵਿੱਚ ਉਹਨਾਂ ਨੂੰ ਨਾਮਜ਼ਦਗੀਆਂ ਦਿੱਤੀਆਂ ਤੇ ਉਹਨਾਂ ਨੂੰ ਮਿਨਿਸਟਰ ਵੀ ਬਣਾਇਆ ਤੇ ਉਹਨਾਂ ਨੂੰ ਇਲੈਕਸ਼ਨਾਂ ਵੀ ਲੜਾਈਆਂ। ਬੇਸ਼ੱਕ ਉਹ ਹਾਰ ਗਿਆ, ਬੇਸ਼ੱਕ ਅਜ਼ਹਾਰ ਆਲਮ ਨਹੀਂ ਹੈ, ਬੇਸ਼ੱਕ ਭਾਵੇਂ ਦੂਸਰੇ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਇਹ ਚਾਹੁੰਦੇ ਹਾਂ ਵੀ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਆ ਕਾਰਵਾਈ ਉਹ ਹੋਵੇ। ਗੁਰਨਾਮ ਸਿੰਘ ਜਸਟਿਸ ਜੀ ਦੀ ਜਿਹੜੀ ਰਿਪੋਰਟ ਹੈਗੀ ਆ ਉਹਦੇ 2 ਪਾਰਟ ਜਿਹੜੇ ਆ ਜਾਂ ਜਿਨ੍ਹਾਂ ਨੇ ਵੀ ਲੁਕੋਈ ਆ, ਜਿੱਥੇ ਵੀ ਲੁਕੋਈ ਆ, ਚਾਹੇ ਉਹ ਡੀਸੀ ਸਾਹਿਬ ਦੇ ਹੋਣ ਤੇ ਚਾਹੇ ਕਿਸੇ ਹੋਰ ਅਫਸਰ ਦੇ ਹੋਣ ਜਿਨ੍ਹਾਂ ਨੇ ਉਹਨਾਂ ਨੂੰ ਖੁਰਦ-ਬਰਦ ਕਰਾਇਆ, ਚਾਹੇ ਉਹ ਨਕੋਦਰ ਦੀ ਪੁਲਿਸ ਹੋਵੇ, ਚਾਹੇ ਉਹ ਐਸਐਸਪੀ ਦਫ਼ਤਰ ਜਲੰਧਰ ਹੋਵੇ ਜਾਂ ਕੋਈ ਵੀ ਅਦਾਲਤ, ਉਹਦੀ ਅਦਾਲਤੀ ਜਾਂਚ ਵੀ ਹੋਈ। 54 ਨੰਬਰ 1 FIR ਉਸ ਵੇਲੇ ਦਰਜ ਕੀਤੀ ਗਈ, ਜਿਹੜੀ ਕਿ ਅਤ ਘਿਨਾਉਣੀ ਹਰਕਤ ਸੀਗੀ ਉਸ ਵੇਲੇ ਦੇ ਜਸਕੀਰ ਸਿੰਘ ਦੀ, ਜਿਹਨੇ ਇਹਨਾਂ 4 ਸ਼ਹੀਦਾਂ ਤੇ 12 ਫੱਟੜਾਂ ਤੇ ਹੋਰ ਜਿਹੜੇ ਨੁਮਾਇੰਦੇ ਸੀ ਜਿਹੜੇ ਉੱਥੇ ਕਰ ਰਹੇ ਸੀਗੇ ਉਹਨਾਂ ਤੇ FIR ਦਰਜ ਕੀਤੀ, ਜਿਹੜੀ ਕਿ ਉਸ ਵੇਲੇ ਦੇ ਸਿਵਲ ਜੱਜ ਜਿਹੜਾ ਇੰਦਰਜੀਤ ਸਿੰਘ ਸੀ ਉਹਨਾਂ ਨੇ ਉਹਨੂੰ ਅਖਰਾਜ ਕਰਕੇ ਉਹਦੀ ਰਿਪੋਰਟ ਵੀ ਜਿਹੜੀ ਆ ਉਹਦੇ ਨਾਲ ਵੀ ਜਸਟਿਸ ਗੁਰਨਾਮ ਸਿੰਘ ਦੀਆਂ ਰਿਪੋਰਟਾਂ ਲੱਗੀਆਂ। ਉਹ ਅਜੇ ਤੱਕ ਰਿਕਾਰਡ 'ਚ ਆ, ਉਹ ਸਾਨੂੰ ਰਿਕਾਰਡ ਨਹੀਂ ਦੇ ਰਿਹਾ, ਕੋਈ ਵੀ ਅੱਜ ਤੱਕ ਨਹੀਂ ਰਿਕਾਰਡ ਦੇ ਰਿਹਾ। 5 ਸੀਐਮ ਬਦਲ ਗਏ ਨੇ ਔਰ ਸਾਰੇ ਕਹਿੰਦੇ ਆ ਬਹੁਤ ਜ਼ਿਆਦਾ ਹੋਇਆ। ਉਹ ਉਹਨਾਂ ਤੇ ਚੱਕੜ ਸਿੱਟੀ ਜਾਂਦੇ ਆ, ਉਹਨਾਂ ਤੇ ਚੱਕੜ ਸਿੱਟੀ ਜਾਂਦੇ ਆ ਕਿ ਉਸ ਵੇਲੇ ਦੀਆਂ ਸਾਡੀਆਂ ਜਿਹੜੀਆਂ ਅਕਾਲੀ ਦਲ ਦੀਆਂ ਸਰਕਾਰਾਂ ਸੀ 15-20 ਸਾਲ ਇਹਨਾਂ ਨੇ ਰਾਜ ਕੀਤਾ, 15 ਸਾਲ ਕਾਂਗਰਸ ਨੇ ਕੀਤਾ। ਹੁਣ ਵਾਲੀ ਜਿਹੜੀ ਵੀ ਸਰਕਾਰ ਆ, ਜਿਹੜਾ ਆਪਣੇ ਇਸ ਵੇਲੇ ਦਾ ਸੀਐਮ ਆ, ਹੁਣ ਮੈਂ 4 ਰਿਮਾਈਂਡਰ ਦੇ ਚੁੱਕਾ। ਅਪ੍ਰੈਲ 'ਚ ਦਿੱਤਾ, ਉਸ ਤੋਂ ਬਾਅਦ ਪਹਿਲਾ ਅਪ੍ਰੈਲ 'ਚ ਦਿੱਤਾ, ਫਿਰ ਦਿੱਤਾ 25 ਸਤੰਬਰ ਨੂੰ, 22 ਸਤੰਬਰ ਨੂੰ ਮੈਂ ਜਾ ਕੇ ਮਿਲਿਆ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਦੇ ਵਿੱਚ। ਉਦੋਂ ਬਾਅਦ ਜਿਹੜੀ ਸਾਡੀ MLA ਆ ਨਕੋਦਰ ਦੀ, ਉਹਨੂੰ ਉੱਥੇ ਉਹਦੇ ਘਰ ਜਾ ਕੇ ਮਿਲਿਆ ਔਰ ਸਾਰਿਆਂ ਨੇ ਕਿਹਾ ਅਸੀਂ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਕਰਾਂਗੇ, ਪਰ ਅੱਜ ਤੱਕ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਸਾਡੀ ਅੱਜ
ਅਸੀਂ ਇਸ ਅਕਾਲ ਤਖਤ ਤੇ ਜਿਹੜਾ ਕਿ ਸਾਰੇ ਤਖਤਾਂ ਤੋਂ ਉੱਚਾ, ਜਿਹਦੇ ਥੱਲੇ ਦੁਨੀਆ ਦੇ ਸਾਰੇ ਤਖਤ ਨੇ, ਇੱਥੇ ਅਰਦਾਸ ਬੇਨਤੀ ਕੀਤੀ ਆ ਔਰ ਅਸੀਂ ਆਸ ਕਰਦੇ ਹਾਂ ਅਕਾਲ ਤਖਤ ਤੋਂ ਸਾਡੀ ਆਵਾਜ਼ ਜਿਹੜੀ ਆ ਲੋਕਾਂ ਤੱਕ ਜਾਊਗੀ। ਲੋਕ ਇਹਨਾਂ ਨੁਮਾਇੰਦਿਆਂ ਨੂੰ ਜਿਹੜੇ ਝੂਠੇ ਵਾਅਦੇ ਕਰਕੇ ਮੁੱਕਰਦੇ ਆ, ਇਹਨਾਂ ਨੂੰ ਮੂੰਹ ਨਾ ਲਾਉਣ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਤੇ ਇਹਨਾਂ ਇਹਨੂੰ ਪੁੱਛਣ ਵੀ ਤੁਸੀਂ ਦੱਸੋ ਬੱਚਿਆਂ ਤੇ ਕਿੱਦਾਂ ਗੋਲੀਆਂ ਚਲਾਈਆਂ, ਕਿੱਦਾਂ ਉਹਨਾਂ ਦੇ ਸੀਨੇ ਛਲਣੀ ਕੀਤੇ। 350 ਤੋਂ 400 ਰਾਉਂਡ ਗੋਲੀ ਚੱਲੀ। ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੇ ਵਿੱਚ ਕਲੀਅਰ ਲਿਖਿਆ ਕਿ ਇਹ ਜਿਹੜੇ ਦੋਸ਼ੀ ਨੇ। ਫਿਰ ਇੱਕ ਇਨਕੁਆਇਰੀ ਨਹੀਂ ਹੋਈ, ਜਸਟਿਸ ਅਜੀਤ ਸਿੰਘ ਬੈਂਸ ਨੇ ਹਿਊਮਨ ਰਾਈਟਸ ਵਾਲੇ ਨੇ ਇਨਕੁਆਇਰੀ ਕੀਤੀ, ਜਿਹਦੇ ਵਿੱਚ ਕਲੀਅਰ ਲਿਖਿਆ ਹੈਗਾ ਕਿ ਇਹ ਬੰਦੇ ਜ਼ਿੰਮੇਵਾਰ ਨੇ। ਅਜ਼ਹਾਰ ਆਲਮ ਤੇ ਡੀਸੀ ਜਿਹੜੇ ਉਸ ਵੇਲੇ ਦੇ ਅਸ਼ਵਨੀ ਕੁਮਾਰ, ਸਵਰਨ ਸਿੰਘ ਘੋਟਣਾ, ਗੋਪਾਲ ਸਿੰਘ ਘੁੰਮਣ, ਜਸਕੀਰ ਸਿੰਘ SHO, ਹਰਵਿੰਦਰ ਸਿੰਘ ASI, ਜਿਨ੍ਹਾਂ ਨੇ ਇਹਨਾਂ ਨੂੰ ਸਾਡੇ ਬੱਚਿਆਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ। 5 ਤਰੀਕ ਨੂੰ ਦਾਸ ਪਹਿਲਾਂ 12 ਘੰਟੇ ਉੱਥੇ ਖੜਾ ਰਿਹਾ, ਸਾਰੀ ਰਾਤ ਨਕੋਦਰ। ਸਵੇਰ ਨੂੰ ਮੈਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਲਾਸ਼ਾਂ ਦੇ ਦਾਂਗੇ। ਮਾਹਲੋ ਸਾਹਿਬ ਨੂੰ ਅਸੀਂ, ਸਾਡੇ ਜਿਹੜੇ ਮਾਮਾ ਜੀ ਸੀਗੇ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਨੂੰ ਬਰਨਾਲੇ ਨੇ ਫੋਨ ਕੀਤਾ, ਤੁਹਾਨੂੰ ਸਵੇਰ ਨੂੰ ਲਾਸ਼ਾਂ ਮਿਲਣਗੀਆਂ। ਕਿਸੇ ਨੇ ਸਾਨੂੰ ਲਾਸ਼ਾਂ ਦੇਣ ਦੀ ਕੀ ਲੋੜ ਸੀ? ਉਹਨਾਂ ਨੂੰ ਫਗਵਾੜੇ ਰੋਕ ਲਿਆ, ਬਡਾਲਾ ਸਾਹਿਬ ਨੂੰ ਪਿੱਛੇ ਰੋਕ ਲਿਆ, ਲਾਂਬੜੇ ਤੇ 4 ਉਸ ਵੇਲੇ ਮੇਰੇ ਨਾਲ MLA ਤੇ ਨਕੋਦਰ ਦੇ ਜਿੰਨੇ ਵੀ ਸੀਗੇ ਲੋਕਲ ਜਿਹੜੇ ਜਥੇਦਾਰ ਸੀ। ਔਰ ਦਾਸ 5 ਵਜੇ ਤੱਕ ਉੱਥੇ ਇੱਕ ਧਰਨੇ ਤੇ ਬੈਠਾ ਰਿਹਾ। ਉਸ ਧਰਨੇ ਦੇ ਮੌਕੇ ਤੇ ਉਸ ਵੇਲੇ IG ਭੁੱਲਰ, ਉਸ ਵੇਲੇ SSP ਅਜ਼ਹਾਰ ਆਲਮ, ਉਸ ਵੇਲੇ ਸਰਜੀਤ ਸਿੰਘ DG ਡਿਟੈਕਟਿਵ ਜਿਹੜਾ ਸੀ, ਜਿਹਨੇ ਕਿ ਚਾਰਜ ਲੈ ਲਿਆ ਸੀਗਾ ਸਾਰੇ ਥਾਣੇ ਦਾ, ਤੇ ਉਹਨਾਂ ਤੋਂ ਸਾਰੇ ਦਾ ਚਾਰਜ ਲੈ ਲਿਆ ਸੀ। SDM ਤੋਂ ਚਾਰਜ ਜਿਹੜਾ DC ਲੈ ਲਿਆ ਸੀ। ਔਰ ਉਹਨਾਂ ਨੇ ਜਿਹੜਾ ਲਫ਼ਜ਼ ਕਿਹਾ, ਬਲਵੰਤ ਸਿੰਘ ਹੁਣੀ ਆਏ ਸੀਗੇ, ਬਲਵੰਤ ਸਿੰਘ ਹੁਣਾਂ ਨੇ ਆ ਕੇ ਜੁਡੀਸ਼ੀਅਲ ਇਨਕੁਆਇਰੀ ਦੀ ਜਿੰਨਾ ਚਿਰ ਉਹ ਅਨਾਉਂਸ ਨਹੀਂ ਕੀਤਾ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਿਆ। ਤੇ ਜਿਹੜੀ 54 ਨੰਬਰ FIR ਸੀ ਜਿਹੜੀ ਅਖਰਾਜ ਹੋਈ ਆ, ਜਿੰਨਾ ਚਿਰ ਉਹਦੇ ਵਿੱਚ ਜਿਹੜੇ 24 ਦੇ 25 ਬੰਦੇ ਜਿਹੜੇ ਸੀਗੇ ਉਹਨਾਂ ਦੇ ਕੇਸ ਜਿਹੜੇ ਆ ਵਾਪਸ ਲੈਣ ਦਾ ਵਾਅਦਾ ਨਹੀਂ ਕੀਤਾ, ਉਹਨਾਂ ਚਿਰ ਅਸੀਂ ਉਦੋਂ ਨਹੀਂ। ਤੇ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਵੇਲੇ ਦਾ ਜਿਹੜਾ SSP D ਸਰਜੀਤ ਸਿੰਘ ਸੀ, ਉਹਨੇ ਬਰਨਾਲੇ ਦਾ ਫੋਨ ਆਇਆ, ਜਿਹੜਾ ਥਰੂ ਆਇਆ ਸੀਗਾ ਬਲਵੰਤ ਸਿੰਘ ਹੁਣਾਂ ਦੇ ਵਿੱਤ ਮੰਤਰੀ ਦੇ, ਉਹ ਸੁਣਨ ਤੋਂ SDM ਦੇ ਸਾਹਮਣੇ ਬੈਠਿਆਂ ਦੇ ਇਨਕਾਰ ਕੀਤਾ, ਜਿਹਦੀ ਰਿਪੋਰਟ SDM ਸਾਹਿਬ ਨੇ, ਜਿਹੜਾ ਕਿ ਸਰਜੀਤ ਸਿੰਘ ਮਨਿਹਾਸ ਸੀ, DSP ਘੁੰਮਣ ਨੇ ਵੀ ਕਿਹਾ ਵੀ ਇਹਨਾਂ ਦੀ ਗੱਲ ਸੁਣੋ ਔਰ ਇਹਨਾਂ ਨੂੰ ਲਾਸ਼ਾਂ ਦਿਓ। ਐਡੀਆਂ ਚਲਾਕੀਆਂ ਕੀਤੀਆਂ ਕਿ ਮੈਨੂੰ ਕਹਿੰਦੇ ਬਈ ਤੁਸੀਂ ਜਾ ਕੇ, ਮੈਂ ਜਦੋਂ ਗਿਆ ਹਸਪਤਾਲ ਦੇ ਵਿੱਚ 3 ਲਾਸ਼ਾਂ ਕਫਨਾਂ ਵਿੱਚ ਲਪੇਟੀਆਂ ਥੱਲੇ ਪਈਆਂ ਸੀਗੀਆਂ। ਚੌਥੀ ਲਾਸ਼ ਹਰਮਿੰਦਰ ਸਿੰਘ ਦੀ ਜਿਹੜੀਆਂ ਮੈਂ ਪਛਾਣੀਆਂ, ਉਹ ਅਸੀਂ ਉੱਥੇ ਵਾਰਸ ਸਿਰ ਤੇ ਖੜੇ ਆ, ਸਾਡੀਆਂ ਲਾਸ਼ਾਂ ਵੀ ਲਵਾਰਸ ਕਰ ਦਿੱਤੀਆਂ ਤੇ ਸਾਡੇ ਵਾਰਸ ਵੀ ਜਿਹੜੇ ਆ ਉਹ ਅਨਆਇਡੈਂਟੀਫਾਈ ਕਰ ਦਿੱਤੇ। ਜਦ ਕਿ ਇਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਸੀਗੀਆਂ, ਜਿਹੜੀ ਰਿਪੋਰਟਾਂ ਸਾਡੇ ਕੋਲ ਆ ਉਹ ਜਿਹੜੀਆਂ ਉਸ ਵੇਲੇ ਤੇ ਪੋਸਟਮਾਰਟਮ ਰਿਪੋਰਟਾਂ ਹੋਈਆਂ, ਉਹਨਾਂ ਵਿੱਚ ਹਰਮਿੰਦਰ ਸਿੰਘ ਚਲੁੱਪਰ ਦਾ ਨਾਂ, ਉਹਦੇ ਵਿੱਚ ਬਲਤੀਰ ਸਿੰਘ ਰਾਮਗੜ੍ਹ ਦਾ ਨਾਂ, ਉਹਦੇ ਵਿੱਚ ਮੇਰੇ ਬੇਟੇ ਦਾ ਤਾਂ ਸਾਨੂੰ 4 ਵਜੇ ਲਿਤਰਾ ਪਿੰਡ 'ਚ ਹੀ ਪਤਾ ਲੱਗ ਗਿਆ ਹੈ, ਕਿਉਂਕਿ ਮੈਂ ਉੱਥੇ ਨਕੋਦਰ ਵੀ ਬੈਂਕ 'ਚ ਕੰਮ ਕਰਦਾ ਰਿਹਾ ਤੇ ਡਾਕਟਰ ਵੀ ਮੇਰੇ ਵਾਪਸੀ ਉਹਨਾਂ ਨੂੰ ਉਦੋਂ ਹੀ ਦੱਸਤਾ ਤੁਹਾਡਾ ਬੇਟਾ ਜਿਹੜਾ ਉਹਦੇ ਗੋਲੀ ਲੱਗ ਗਈ ਆ ਤੇ ਉਹਦੀ ਲਾਸ਼ ਇੱਥੇ ਲਿਆ ਕੇ ਰੱਖ। ਇਹਨਾਂ ਦੇ ਪੋਸਟਮਾਰਟਮ ਰਾਤ ਨੂੰ ਦਰਬਾਰਾ ਸਿੰਘ ਗੁਰੂ ਨੇ ਆਪਣੇ ਦਸਤਖਤਾਂ ਨਾਲ ਕਰਾਏ, ਜਿਹੜੇ ਕਿ ਅੱਧੀ ਰਾਤ ਨੂੰ ਕਰਾਏ ਦੂਸਰਿਆਂ ਦੇ। ਤੇ ਜਿਹੜਾ ਹਰਮਿੰਦਰ ਸਿੰਘ ਚਲੁੱਪਰ ਸੀ, ਇਹ ਸਹਿਕਦਾ ਸੀ, ਇਹਨੂੰ ਕਿਸੇ ਵੀ ਉਹਨਾਂ ਨੇ ਉਸ ਉੱਥੇ ਦੇ ਜਿਹੜੇ ਬੰਦੇ ਬੈਠੇ ਸੀਗੇ ਹਸਪਤਾਲ 'ਚ ਜਿਹੜੇ ਫੱਟੜ ਸੀ, ਉੱਥੇ ਹੋਰ ਮਰੀਜ਼ ਸੀ, ਉਹਨਾਂ ਨੇ ਕਿਹਾ ਸੀ ਇਸ ਬੱਚੇ ਨੂੰ ਖੂਨ ਦੇ ਦਿੰਦੇ ਆ, ਇਹ ਇਹਦੀ ਬਚ ਜਾਊਗਾ, ਇਹ ਬਚ ਸਕਦਾ। ਉਹਦੇ ਮੂੰਹ ਜਿਹੜੀ ਗੋਲੀ ਮਾਰੀ ਸੀ, ਉਹਦੇ ਪਿੱਛੋਂ ਇੱਕ ਗੋਲੀ ਉਹਦੀ ਇੱਥੇ ਪਿਛਲੀ ਕੰਢੀ ਦੇ ਵਿੱਚੋਂ ਵੀ ਨਿਕਲੀ, ਜਿਹੜੀ ਕਿ ਪੋਸਟਮਾਰਟਮ ਰਿਪੋਰਟ ਦੇ ਨਾਲ ਲੱਗੀ ਹੈ, ਜਿਹੜੀ ਇਹਨਾਂ ਥਾਣਿਆਂ ਨੂੰ ਦਿੱਤੀ। ਇਹਨਾਂ ਨੂੰ ਉੱਥੇ ਐਂਬੂਲੈਂਸ ਜਿਹੜੀ ਸੀਗੀ ਹਸਪਤਾਲ ਦੀ ਲਿਜਾਣ ਦੀ ਬਜਾਏ ਆਪਣੀ ਪੁਲਿਸ ਦੀ ਗੱਡੀ ਵਿੱਚ ਲੈ ਕੇ ਗਏ ਤੇ ਲਾਂਬੜੇ ਦੇ ਲੱਗ ਜਾ ਕੇ ਉਹਦੇ ਮੱਕੇ ਫੇਰ ਗੋਲੀਆਂ ਮਾਰ ਕੇ ਤੇ ਉਹਨੂੰ ਸਿਵਲ ਹਸਪਤਾਲ ਜਲੰਧਰ ਜਾ ਕੇ ਡੈੱਡ ਬੋਡੀ ਕਰਾਰ ਦੇ ਕੇ ਤੜਕੇ 5 ਵਜੇ ਉਹਦਾ ਪੋਸਟਮਾਰਟਮ ਕੀਤਾ। 7 ਵਜੇ 10 ਹਸਪਤਾਲ ਪਹੁੰਚ ਗਿਆ। ਉਸ ਵੇਲੇ ਦੀਆਂ ਲਾਸ਼ਾਂ ਮੈਨੂੰ ਕਹਿੰਦੇ ਬਹੁਤ ਚਲਾਕੀ ਕੀਤੀ ਇਹਨਾਂ ਨੇ। ਹਰਵਿੰਦਰ ਸਿੰਘ ਸੀ ASI, ਜਿਹਨੇ ਉਹ ਲਾਸ਼ਾਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ, ਮੈਨੂੰ ਕਹਿੰਦਾ ਤੁਹਾਡੇ ਬਰਨਾਲਾ ਸਾਹਿਬ ਦਾ ਫੋਨ ਆਇਆ, ਤੁਹਾਨੂੰ ਲਾਸ਼ਾਂ ਦੇ ਦੇਣੀਆਂ, ਤੁਸੀਂ ਜਾ ਕੇ ਥਾਣੇ ਲੈ ਕੇ ਲਿਖਾ ਕੇ ਲੈ ਆਓ। ਜਦ ਮੈਂ ਥਾਣੇ ਗਿਆ ਤੇ ਮੈਂ ਜੇ ਜਾਂਦਾ ਹੀ ਆ ਤੇ ਮੈਂ ਉਹਦੇ ਹਸਪਤਾਲ ਤੋਂ ਥੋੜ੍ਹੀ ਜਿਹੀ ਦੂਰ ਸਿੰਘ ਸਭਾ ਗੁਰਦੁਆਰਾ ਤੇ ਛਾਬੜਾ ਸਾਹਿਬ ਡਾਕਟਰ ਜਿਹੜਾ ਸੀਗਾ ਉਹਨਾਂ ਦੇ ਹਸਪਤਾਲ ਸੀ, ਉੱਥੇ ਜਿਹੜਾ ਇਹਨਾਂ ਦਾ CRP ਦਾ ਟਰਾਲਾ ਖੜਾ ਸੀ, ਉੱਥੇ 4 ਲਾਸ਼ਾਂ ਰੱਖੇ ਤੇ ਗੱਡੀਆਂ ਲੱਦ ਕੇ ਤੇ ਜਿਹੜਾ ਗੁਲਾਬ ਦੇ ਮੰਦਿਰ ਹੈਗਾ ਸੀਗਾ ਉਹਦੇ ਪਿਛਲੇ ਪਾਸੇ ਜਿਹੜਾ ਰਮਾਨਪੁਰ ਦਾ ਸ਼ਮਸ਼ਾਨ ਘਾਟ ਸੀ, ਉਹਦੇ ਵਿੱਚ ਮਿੱਟੀ ਦਾ ਤੇਲ ਸੱਟ ਕੇ ਅੱਗ ਲਾਤੀ। ਮੇਰੇ ਨਾਲ ਉਸ ਵੇਲੇ ਜਸਪਾਲ ਸਿੰਘ ਜਿਹੜਾ ਯੂਥ ਦਾ ਪ੍ਰਧਾਨ ਸੀ, ਸਕੂਟਰ ਤੇ ਅਸੀਂ ਮਗਰ ਗਏ ਤੇ ਜਦੋਂ ਅਸੀਂ ਗਏ ਆ ਤਾਂ ਲਾਟਾਂ ਲੱਗਦੀਆਂ ਸੀ ਔਰ ਮੈਨੂੰ ਅੱਜ ਵੀ ਉਹ ਲਾਟਾਂ ਉਦਾਂ ਹੀ ਦੱਸਦੀਆਂ। ਇਹ ਮੇਰੇ ਬੱਚੇ ਜਿਹਨਾਂ ਨੂੰ ਮੈਂ ਆਪਣੇ ਪੁੱਤ ਹੀ ਸਮਝਦਾ, ਹੁਣ ਮੇਰੇ ਇਹ ਬੱਚੇ ਆ, ਮੈਂ ਇਹਨਾਂ ਲਈ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਮੈਂ ਲੜੂੰਗਾ, ਭਾਵੇਂ ਕੋਈ ਵੀ ਹੋਵੇ। ਮੈਂ ਹਰੇਕ ਦੁਨੀਆ ਦੀ ਅਕਾਲ ਤਖਤ ਤੋਂ ਅੱਜ ਮੈਂ ਦੁਨੀਆ ਦੇ ਉਹਨਾਂ ਬੰਦਿਆਂ ਨੂੰ ਅਪੀਲ ਕਰਦਾ ਵੀ ਇਸ ਇਨਸਾਫ ਲੈਣ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ। ਇਹ ਜਿਹੜੇ ਮਕਾਰੀ ਬੰਦੇ ਆ, ਜਿਹੜੇ ਸਰਕਾਰੀ ਬੰਦੇ ਆ, ਜਿਹੜੇ ਰਾਜਨੀਤਿਕ ਆ, ਇਹਨਾਂ ਤੋਂ ਬਚੋ। ਇਹਨਾਂ ਨੂੰ ਆਇਆਂ ਨੂੰ ਪੁੱਛੋ ਵੀ ਤੁਸੀਂ ਸਾਡੇ ਬੱਚਿਆਂ ਨੂੰ ਇੱਦਾਂ ਹੀ ਮਾਰੀ ਜਾਣਾ? ਕਿੰਨਾ ਚਿਰ ਮਰੀ ਜਾਵਾਂਗੇ ਅਸੀਂ? ਕਦੋਂ ਮਿਲੂਗਾ ਸਾਨੂੰ ਇਨਸਾਫ? ਮੈਂ ਜਸਟ
ਅਰੋੜਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ 19 ਸਾਲਾਂ ਬਾਅਦ ਇਹ ਰਿਪੋਰਟ ਜਿਹੜੀ ਹੈਗੀ ਆ ਜਿਹੜੀ ਅੱਜ ਉਹਨਾਂ ਨੇ ਮੈਨੂੰ ਲੈ ਕੇ ਦਿੱਤੀ ਆ ਔਰ ਹਾਈ ਕੋਰਟ 'ਚ ਕੇਸ ਚੱਲਦਾ। ਹੁਣ ਦਰਬਾਰਾ ਸਾਹਿਬ ਗੁਰੂ ਨੂੰ ਕਟਹਿਰੇ 'ਚ ਖੜਨਾ ਪਿਆ। 30 ਤਰੀਕ ਸੀਗੀ, 30 ਤਰੀਕ ਨੂੰ ਦਰਬਾਰਾ ਸਾਹਿਬ ਦਾ ਜਿਹੜਾ ਵਕੀਲ ਆ ਅਚਨਚੇਤ ਹੀ ਮੈਂ ਉੱਥੇ ਅਦਾਲਤ ਵਿੱਚ ਵੀ ਖੜਾ, ਮੇਰੇ ਨਾਲ ਚ ਸੀ ਅਰੋੜਾ ਸਾਹਿਬ ਵੀ ਖੜੇ ਆ, ਉਹ ਚੁੱਪ ਕਰਕੇ ਜਾ ਕੇ ਅਦਾਲਤ ਦੇ ਵਿੱਚੋਂ ਵੀ ਜਾ ਕੇ ਤਰੀਕ ਪਵਾ ਕੇ ਲੈ ਆ ਜਿਹੜੀ 30 ਮਾਰਚ ਦੀ ਪਈ ਆ। ਕੀ ਕਿੱਥੋਂ ਮਿਲੂਗਾ ਸਾਨੂੰ ਇਨਸਾਫ? ਕਿੱਦਾਂ ਮਿਲੂਗਾ ਆਪਾਂ ਨੂੰ ਇਨਸਾਫ? ਜਿੰਨਾ ਚਿਰ ਕੌਮ ਇੱਕ ਨਹੀਂ ਹੁੰਦੀ, ਜਿੰਨਾ ਚਿਰ ਇਹ ਮਾਵਾਂ ਦੇ, ਜਿੰਨਾ ਚਿਰ ਇਹਨਾਂ ਭੈਣਾਂ ਦੇ 37 ਸਾਲ ਹੋ ਗਏ ਇਹਨਾਂ ਦੇ ਹੰਝੂ ਨਹੀਂ ਸੁੱਕੇ। ਇਹ ਰੱਖੜੀਆਂ ਫੜ ਕੇ ਭੈਣਾਂ ਦੀਆਂ ਭੈਣਾਂ ਆਪਣੀਆਂ ਖੜੀਆਂ ਤੇ ਇਹਨਾਂ ਨੂੰ ਕਿਸੇ ਨੂੰ ਕੋਈ ਸ਼ਰਮ ਨਹੀਂ, ਕਿਸੇ ਨੂੰ ਕੋਈ ਲਾ ਨਹੀਂ। ਜੇ ਜਥੇਦਾਰਾਂ ਦੀ ਗੱਲ ਕਰੀਏ, ਸਾਰੇ ਜਥੇਦਾਰਾਂ ਨੂੰ ਮੈਂ ਮਿਲ ਚੁੱਕਾ। 25 ਸਾਲ ਬਾਅਦ ਜਥੇਦਾਰ ਗੁਰਬਚਨ ਸਿੰਘ ਹੋਣਾ ਨੇ ਸਾਨੂੰ ਇੱਥੇ ਮਾਨਤਾ ਦਿੱਤੀ ਇਹਨਾਂ ਸ਼ਹੀਦਾਂ ਨੂੰ 2011 'ਚ। 2017 'ਚ ਬਡੂੰਗਰ ਸਾਹਿਬ ਨੇ ਇਹਨਾਂ ਦੀਆਂ ਤਸਵੀਰਾਂ ਲਵਾਈਆਂ। ਮਹਾਲੋਂ ਸਾਹਿਬ ਨੇ ਸਾਡੇ ਨਾਲ ਧਰਨਾ ਦਿੱਤਾ। ਇਹ ਵੀ ਕੀ ਕਰ ਸਕਦੇ ਸੀ? ਉਹ ਜਿਹੜਾ ਇਸ ਵੇਲੇ ਇਹਨਾਂ ਦੇ ਉੱਪਰ ਜਿਹੜਾ ਬੌਸ ਬੈਠਾ ਸੀ ਉਹ ਕਿਸੇ ਦੀ ਨਹੀਂ ਸੁਣਦਾ ਸੀ, ਇਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ। ਅੱਜ ਵੀ ਚਲਾਉਂਦਾ, ਗਾਹਾਂ ਵੀ ਚੱਲਦਾ ਰਹਿਣਾ ਜਿੰਨਾ ਚਿਰ ਤੁਸੀਂ ਇਕੱਠੇ ਨਾ ਹੋਏ। ਉਹ ਸਾਡਾ ਸਾਥ ਦਿਓ, ਇਹਨਾਂ ਬੱਚੀਆਂ ਦਾ ਸਾਥ ਦਿਓ। ਮੇਰੀ ਉਮਰ ਇਸ ਵੇਲੇ 77 ਸਾਲ ਦੀ ਆ, ਮੈਨੂੰ ਨਹੀਂ ਪਤਾ ਮੈਂ ਕਿੰਨਾ ਚਿਰ ਰਹਿਣਾ, ਪਰ ਮੈਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਮੇਰੀਆਂ ਬੇਟੀਆਂ, ਜਿਹੜੀਆਂ ਮੇਰੀਆਂ ਧੀਆਂ ਆ, ਇਹਨਾਂ ਨੂੰ ਪਤਾ। ਇਹਨਾਂ ਨੇ ਮੈਨੂੰ ਪਿਛਲੀ ਵਾਰੀ ਗਿਆ, ਮੈਨੂੰ ਪਤਾ ਮੇਰੀ ਦੀਪਾ ਬੇਟੀ ਆਈ ਆ। ਦੀਪਾ ਮੈਨੂੰ ਬੇਟੀ ਕਹਿੰਦੀ ਮੈਂ ਇਹਨਾਂ ਨੂੰ ਮਿਲਣ ਗਿਆ ਇਹਨਾਂ ਦੇ ਪਿੰਡ, ਕਹਿੰਦੀ ਅੰਕਲ ਜੀ ਤੁਸੀਂ ਕਾਹਦੇ ਮੋਹਰੇ ਆ ਗਏ, ਕਿਤੇ ਤੁਹਾਨੂੰ ਨਾ ਮਾਰ ਦੇਣੇ ਪਾਪੀ। ਕਹਿੰਦੀ ਤੁਸੀਂ ਨਾ ਆਇਓ ਇੱਥੇ, ਤੁਹਾਨੂੰ ਵੀ ਇਹਨਾਂ ਨੂੰ ਮਾਰ ਦੇਣਾ। ਆਹ ਹਾਲ ਆ ਸਾਡੇ, ਆਹ ਹਾਲ ਹੋਏ ਆ। ਜਥੇਬੰਦੀਆਂ ਆਉਂਦੀਆਂ ਸਾਰਾ ਕੁਛ ਕਰਦੀਆਂ, ਮੈਂ ਉਹਨਾਂ ਨੂੰ ਕਹਿੰਦਾ ਓਏ ਇੱਕ ਹੋ ਜਾਓ, ਇੱਕ ਹੋ ਜਾਓ, ਛੱਡੋ ਖੁਦਗਰਜੀ, ਛੱਡੋ ਮਗਾਰੀ, ਛੱਡੋ ਕੁਰਸੀਆਂ। ਕੀ ਕਰਨੀਆਂ ਕੁਰਸੀਆਂ? ਤੁਸੀਂ ਕਿੱਥੇ ਲੈ ਜਾਓਗੇ ਪੈਸਾ? ਕਿੱਥੇ ਧਨ ਜੋੜ ਕੇ ਲੈ ਜਾਓਗੇ? ਇਹਨਾਂ ਮਾਸੂਮ ਬੱਚਿਆਂ ਦਾ ਵੀ ਕੁਝ ਦੇਖੋ। ਕਿਹਨੇ ਦੀ ਗੱਲ ਸੁਣਨੀ ਆ? ਮੈਂ ਤਾਂ ਕੱਲ੍ਹ ਤੱਕ ਦੇ ਅੱਗੇ ਬੇਨਤੀ ਕੀਤੀ ਆ ਜਿਹੜੀ ਸਾਰਿਆਂ ਨੂੰ ਸੁਪਰੀਮ ਆ, ਔਰ ਮੈਂ ਲੋਕਾਂ ਨੂੰ ਅੱਜ ਇੱਥੋਂ ਇਹ ਅਪੀਲ ਕਰਦਾ ਕਿ ਇਸ ਇਨਸਾਫ ਨੂੰ ਲੈਣ ਲਈ ਸਾਡਾ ਸਾਥ ਦਿਓ। ਇਹਨਾਂ ਨੂੰ ਆਇਆਂ ਨੂੰ ਮੂੰਹ ਨਾ ਲਾਓ, ਇਹ ਚਾਹੇ ਕੋਈ ਹੋਵੇ। ਚਾਹੇ ਹੁਣ ਮੈਨੂੰ ਹੈਰਾਨੀ ਦੀ ਗੱਲ ਆ, ਭਗਵੰਤ ਮਾਨ ਜੀ ਹੁਣ ਇੱਕ ਦਿਨ ਮੈਨੂੰ ਫੋਨ ਆਇਆ ਕੱਲ੍ਹ ਪਰਸੋਂ ਕਿਸੇ ਦਾ, ਉਹ ਹੁਣ ਤੁਹਾਨੂੰ ਮਿਲ ਜਾਣਗੇ। ਮੈਂ ਕਿਹਾ ਉਹਨਾਂ ਨੂੰ ਪਤਾ ਮੈਂ 7 ਤਰੀਕ ਨੂੰ ਚੱਲ ਜਾਣਾ, ਉਹਨਾਂ ਨੂੰ ਪਤਾ ਮੈਂ 7 ਤਰੀਕ ਨੂੰ ਚੱਲ ਜਾਣਾ। ਮੈਂ ਤੁਹਾਡੀਆਂ ਮਿਹਨਤਾਂ ਕਰਦਾ ਰਿਹਾ, ਮੈਂ CM ਕੈਪਟਨ ਦੀਆਂ ਮਿਹਨਤਾਂ ਕਰਦਾ ਰਿਹਾ। ਮੈਂ ਬਾਦਲ ਸਾਹਿਬ ਨੂੰ ਮੈਂ ਨਕੋਦਰ ਗਿਆ ਮੇਰੀ ਵਾਈਫ ਨਾਲ 2011 ਜੋ ਸੰਗਤ ਦਰਸ਼ਨ ਕਰਦਾ ਫਿਰਦਾ ਹੁੰਦਾ ਸੀਗਾ। ਪਤਾ ਕੀ ਉਹ 1.5 ਘੰਟਾ ਅਸੀਂ ਖੜੇ ਰਹੇ, ਜਿੱਦਾਂ ਅਸੀਂ ਮੁਜਰਮ ਹੁੰਦੇ ਆ। ਚੁੱਪ ਕਰਕੇ ਆਇਆ ਤੇ ਆ ਕੇ ਚਲੇ ਗਿਆ। ਇਹਨਾਂ ਲੋਕਾਂ ਨੂੰ ਆਪਣੀਆਂ ਗੱਦੀਆਂ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਦੁੱਖ ਨਹੀਂ। ਮੈਨੂੰ ਇਹਨਾਂ ਬੇਟੀਆਂ ਦਾ, ਮੇਰੀਆਂ ਇਹ ਧੀਆਂ ਆ, ਮੈਨੂੰ ਇਹਨਾਂ ਨੇ ਆਪਣਾ ਸਤਿਕਾਰ ਇਹਨਾਂ ਦਿੱਤਾ। ਮੇਰੀ ਬੇਟੀ ਆ ਅਮਰਜੀਤ, ਇਹਦੇ ਬੇਟੇ ਦਾ ਵਿਆਹ ਕਹਿੰਦੀ ਤੁਸੀਂ ਨਾਨਾ ਜੀ ਤੁਸੀਂ ਰਹਿੰਦੇ ਆ। ਉਹ ਮੇਰੇ 3 ਭਰਾ ਸਰ ਲਸ਼ਕ ਸ਼ੰਕਰ ਸਿੰਘ ਹੋਣੀ, ਸਾਹਿਬ ਮਹਿੰਦਰ ਸਿੰਘ ਹੋਣੀ, ਸਾਹਿਬ ਕਰਤਾਰ ਸਿੰਘ ਹੋਣੀ, ਮੇਰੀਆਂ ਭੈਣਾਂ, ਉਹਨਾਂ ਦੇ ਹੰਝੂ ਮੇਰੇ ਕੋਲ ਦੇਖ ਨਹੀਂ ਹੁੰਦੇ ਅੱਜ ਤੱਕ। ਜਦੋਂ ਵੀ ਮੈਂ ਉਹਨਾਂ ਪਿੰਡਾਂ ਵਿੱਚ ਦੀ ਲੰਘਦਾ, ਮੈਂ ਰਾਤ ਨੂੰ ਕਈ ਵਾਰੀ ਆਪਣੀ ਵਾਈਫ ਨੂੰ ਦੱਸਦਾ, ਜਦੋਂ ਕਿਤੇ ਵੀ ਕੋਈ ਪੁਲਿਸ ਮੁਕਾਬਲਾ ਹੁੰਦਾ, ਮੈਨੂੰ ਉਹ 3 ਲਾਸ਼ਾਂ ਥੱਲੇ ਪਈਆਂ ਦੱਸਦੀਆਂ, ਚੌਥੀ ਜਿਹੜੀ ਆ ਸਟਰੇਚਰ ਤੇ ਪਈ ਦੱਸਦੀ ਆ। ਮੈਂ ਕੀ ਕਰ ਸਕਦਾ? ਅਸੀਂ ਤਾਂ ਜੋ ਕੁਝ ਕਰ ਸਕਦੇ ਸੀ, ਕਾਨੂੰਨ ਵਿੱਚ ਰਹਿ ਕੇ 32 ਸਾਲ ਨੌਕਰੀ ਕੀਤੀ। ਜੇ ਕਿਸੇ ਵੀ ਪਰਿਵਾਰ ਤੇ ਕਿਸੇ ਕਿਸਮ ਦਾ ਕੋਈ ਅੱਜ ਤੱਕ ਕੇਸ ਆ ਤਾਂ ਮੈਨੂੰ ਦੱਸਿਆ ਜਾਵੇ। ਮੈਂ ਅਦਾਲਤਾਂ ਨੂੰ ਵੀ ਕਹਿੰਦਾ ਤੇ ਸਪੈਸ਼ਲ ਟਰੈਕ ਬਣਾਇਆ ਜਾਵੇ ਤੇ ਜਿਹੜੀ ਉਹ ਰਿਪੋਰਟ ਹੈਗੀ ਆ ਕਿਹਨੇ ਲਕੋਈ ਆ, ਕਿੱਥੇ ਲਕੋਈ ਆ, ਕੌਣ ਜ਼ਿੰਮੇਵਾਰ ਆ। ਚਾਹੇ ਜ਼ਹਾਰ ਆਲਮ ਸੀ, ਉਹ ਤਾਂ ਚਲੇ ਗਿਆ। ਇਹ ਸਾਰਾ ਕੁਝ ਜਿਹੜਾ ਸ਼ਰਾਰਤ ਕੀਤੀ ਹੈਗੀ ਹੈ DC ਜਿਹੜਾ ਉਸ ਵੇਲੇ ਦਾ ਗੁਰੂ ਸੀ, ਜਿਹਨੂੰ 10 ਸਾਲ ਜਿਹੜਾ ਇਹਦਾ ਪ੍ਰਿੰਸੀਪਲ ਸਕੱਤਰ ਆ, ਹੁਣ ਇੱਥੋਂ ਵੀ SGPC ਵਿੱਚੋਂ ਵੀ ਆ। ਮੈਨੂੰ ਹੁਣ ਰਿਕਾਰਡ ਜਿਹੜੇ ਮਿਲੇ ਆ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹੁੰਦਾ। ਇਹ ਵੀ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਮੈਂ ਮਿਲਿਆ, ਕਹਿੰਦੇ ਮੇਰੇ ਨਾਨਕੇ ਆ ਉਸ ਪਿੰਡ ਹਰਮਿੰਦਰ ਦੇ, ਕਹਿੰਦੇ ਉਹ ਮੇਰਾ ਆਪਣਾ। ਮੈਂ ਕਿਹਾ ਜੇ ਆਪਣਾ ਤਾਂ ਫਿਰ ਮੈਨੂੰ ਰਿਪੋਰਟਾਂ ਦਿਓ ਜਿਹੜੀ ਤੁਹਾਡੀ ਵੀ ਇਨਕੁਆਇਰੀ ਕੀਤੀ ਹੈ। ਇੱਥੇ ਵੀ ਜਿਹੜੀ ਇੱਕ ਇਨਕੁਆਇਰੀ ਇਹਨਾਂ ਨੇ ਵੀ ਕਰਾਈ ਸੀਗੀ, ਸੀਨੀਅਰ ਜਿਹੜਾ ਪ੍ਰਧਾਨ ਸੀਗੇ ਕਾਬਲ ਸਿੰਘ ਹੋਣੀ, ਬਟਾਲਾ ਸਾਹਿਬ, ਅਜੀਤ ਸਿੰਘ ਦੀ ਬੈਂਸ ਦੀ ਇੱਕ ਰਿਪੋਰਟ, 3 ਰਿਪੋਰਟਾਂ ਨਸ਼ਰ ਕੀਤੀਆਂ ਜਾਣ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਦੋਸ਼ੀ ਠਹਿਰਾਇਆ ਔਰ ਇਹਨਾਂ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਮੈਂ ਜ਼ਿਆਦਾ ਨਹੀਂ ਕੁਝ ਵੀ ਕਹਿੰਦਾ। ਮੈਂ ਇਸ ਕਾਲ ਤੱਕ ਤੇ ਫਿਰ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਰੇ ਮੀਡੀਆ ਨੂੰ ਇਹਨਾਂ ਬੇਟੀਆਂ ਨੂੰ ਤੰਗ ਨਾ ਕਰਿਆ ਕਰੋ। ਇਹਨਾਂ ਦੇ ਵਿੱਚ ਕੋਈ ਹਿੰਮਤ ਨਹੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ। ਤੁਸੀਂ ਮੈਨੂੰ ਪੁੱਛੋ ਜਿਹੜਾ ਉਦੋਂ ਦਾ 37 ਸਾਲਾਂ ਦਾ ਲੜ ਰਿਹਾ, ਜਿਹੜਾ ਸਿਰਫ ਤੇ ਸਿਰਫ ਮੈਂ ਹੁਣ ਕਿਸੇ ਨੂੰ ਨਾਲ ਵੀ ਨਹੀਂ ਲਿਆਉਂਦਾ, ਮੈਂ ਇਕੱਲਾ ਹੀ ਆਉਣਾ। ਮੈਂ ਕਹਿੰਦਾ ਜੇ ਗੋਲੀ ਲੱਗੇ ਤਾਂ ਮੇਰੇ ਹੀ ਲੱਗੇ, ਕਿਸੇ ਹੋਰ ਦੇ ਨਾ ਲੱਗ ਜਾਏ, ਕੋਈ ਹੋਰ ਨਾ ਮਾਰਿਆ ਜਾਵੇ। CID ਵਾਲੇ ਵੀ ਆਉਂਦੇ ਆ, ਮੇਰੇ ਕੋਲ ਪਿੰਡ ਵੀ ਆਉਂਦੇ ਆ। ਮੈਨੂੰ ਪਿਛਲੀ ਵਾਰੀ ਇੱਕ ਬੰਦੇ ਨੇ ਆਫਰ ਵੀ ਕੀਤਾ, ਆਖਿਆ ਜੀ ਬਗਰਾੜੀ ਵਾਲਿਆਂ ਨੂੰ ਕਰੋੜ ਦਿੱਤਾ, ਤੁਸੀਂ ਕਿੰਨੇ ਲੈਣਾ? ਉਹ ਮੈਂ ਕਿਹਾ ਮੈਨੂੰ 37 ਸਾਲ ਹੋ ਗਿਆ, ਕੈਨੇਡਾ ਤੋਂ 22 ਸਾਲ ਹੋ ਗਏ ਆਉਂਦੇ ਨੂੰ। ਅਸੀਂ ਟਿਕਟਾਂ ਲੈ ਕੇ ਆਉਂਦੇ ਆ, ਆਪਣੀਆਂ ਲੈ ਕੇ ਆਉਂਦੇ ਆ। ਅਸੀਂ ਕਿਸੇ ਜਥੇਬੰਦੀ ਦੇ ਭਾਰ ਨਹੀਂ ਬਣਨਾ ਚਾਹੁੰਦੇ। ਅਕਾਲ ਪੁਰਖ ਨੇ ਸਾਨੂੰ ਬਹੁਤ ਕੁਛ ਦੇ ਰਿਹਾ ਔਰ ਉਹਦੇ ਵਿੱਚੋਂ ਅਸੀਂ ਆਪਣਾ ਦਸਵੰਧ ਕੱਢ ਕੇ ਮੈਂ ਨਾ ਆਪਣੀਆਂ ਬੇਟੀਆਂ ਲਈ ਆਪਣੀ ਜਾਨ ਵੀ ਕੁਰਬਾਨ ਦੇ ਦੂੰਗਾ। ਤੇ ਮੈਨੂੰ ਇਨਸਾਫ ਚਾਹੀਦਾ। ਅੱਜ ਮੈਂ ਉਸ ਤਖਤ ਤੇ ਖੜਾ, ਉਸ ਅਕਾਲ ਪੁਰਖ ਦੇ ਤਖਤ ਤੇ ਖੜਾ ਜਿਹਦੀ ਸਾਰੇ ਜਿਹਦੀ ਈਨ ਮੰਨਦੇ ਹੈਗੇ ਔਰ ਉਹਦੇ ਮੈਂ ਆਸ ਕਰਦਾ ਤੁਸੀਂ ਸਾਰਾ ਮੀਡੀਆ ਜਿਹੜਾ ਮੇਰੀ ਗੱਲਾਂ ਜਿਹੜੀਆਂ ਪਾਊਗਾ ਤੇ ਜਿਹੜੀ ਕੋਰਟ ਵੀ ਆ ਜਿਹੜਾ
ਇਸ ਵੇਲੇ ਮਾਨ ਸਾਹਿਬ ਵੀ ਜਿਹੜਾ ਹੈਗਾ ਬਹੁਤ ਪਖੰਡ ਕਰਦਾ, ਕਦੀ ਇੱਥੇ ਜਾਂਦਾ ਕਦੀ ਉੱਥੇ ਜਾਂਦਾ, ਹਫ਼ਤੇ ਵਿੱਚ ਕਹਿੰਦਾ ਮੈਂ ਜਿਹੜੀਆਂ ਕਰ ਦੂੰਗਾ ਸਾਰਿਆਂ ਨੂੰ ਦੇ ਦੂੰਗਾ। ਇਹਨਾਂ ਨੇ ਕਿਸੇ ਨੇ ਸਾਨੂੰ ਨਹੀਂ ਦੇਣਾ। ਇਹਨਾਂ ਤੇ ਦਬਾਅ ਜਿਹੜਾ ਹੈ ਉਹ ਲੋਕਾਂ ਨੂੰ ਪਾਉਣਾ। ਇੱਕ ਅਦਾਲਤ ਆ ਉੱਪਰਲੀ ਆ, ਦੂਸਰੀ ਅਦਾਲਤ ਲੋਕਾਂ ਦੀ ਆ। ਮੈਂ ਹੁਣ ਲੋਕਾਂ ਦੀ ਅਦਾਲਤ ਵਿੱਚ ਆਇਆ, ਲੋਕੀ ਆ ਇੱਥੇ, ਮੈਂ ਲੋਕਾਂ ਨੂੰ ਬੇਨਤੀ ਕਰਨਾ ਹੈ। ਮੈਂ ਹੰਭਿਆ ਨਹੀਂ, ਮੈਂ ਪੂਰਾ ਸਿਰੜੀ ਆ, ਮੈਂ ਦਇਆਵਾਨ ਆ, ਮੈਂ ਧਾਰਮਿਕ ਆ, ਮੇਰੇ 'ਚ ਹਿੰਮਤ ਆ, ਮੇਰੇ 'ਚ ਸਿਦਕ ਆ, ਮੇਰੇ ਵਿੱਚ ਕੁਰਬਾਨੀ ਕਰਨ ਦਾ ਜਜ਼ਬਾ ਆ। ਮੈਨੂੰ ਪਰਮਾਤਮਾ ਨੇ ਦਿੱਤਾ, ਮੇਰੇ ਕੋਲ ਆਪਣਾ ਕੁਛ ਨਹੀਂ ਹੈ। ਮੈਂ ਕਿਸੇ ਤੋਂ ਹੋਰ ਕੁਛ ਨਹੀਂ ਚਾਹੁੰਦਾ। ਮੈਂ ਹਮਦਰਦੀ ਚਾਹੁੰਦਾ ਤੁਹਾਡੀ ਸਾਰਿਆਂ ਦੀ, ਇਹਨਾਂ ਬੱਚੀਆਂ ਨਾਲ ਹੋਵੇ ਜਿਹੜੀਆਂ ਮੇਰੀਆਂ ਛੋਟੀਆਂ ਧੀਆਂ ਆ। 37 ਸਾਲ ਹੋ ਗਏ ਜਿਹੜੀਆਂ ਆਪਣੇ ਅੰਕਲ ਨੂੰ ਉਡੀਕਦੇ ਰਹਿੰਦੀਆਂ, ਅੰਕਲ ਜੀ ਕੀ ਹੋਇਆ, ਕੀ ਬਣਿਆ, ਤਰੀਕ ਦਾ ਕਿਹਨੂੰ ਦੱਸੀ, ਕਿਹਨੂੰ ਆਸ ਤਾਂ ਹੈ ਹੀ ਨਹੀਂ ਆਸ ਬੇਟੇ। ਇੰਨਾ ਕਹਿੰਦਾ ਹੋਇਆ ਮੈਂ ਸਮਾਪਤ ਕਰਦਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਖਾਲਸਾ ਪੰਥ ਦਾ ਰੋਹ ਪ੍ਰਗਟਾਉਂਦਿਆਂ ਹੁੰਦਿਆਂ ਜਿਹੜਾ ਖਾਲਸਾ ਮਾਰਚ ਕੱਢਿਆ ਗਿਆ ਸੀ, ਤੇ ਉਸ ਸਮੇਂ ਬਰਨਾਲਾ ਦੀ ਸਰਕਾਰ ਸੀ, ਤੇ ਉਹਨੇ 4 ਸਿੰਘਾਂ ਨੂੰ ਪਹਿਲਾਂ ਇਲੀਗਲ ਕਸਟਡੀ 'ਚ ਲੈ ਕੇ ਤੇ ਫਿਰ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਜਿਨ੍ਹਾਂ ਦੇ ਨਾਂ ਤੁਹਾਨੂੰ ਉਹਨਾਂ ਦੇ ਪਿਤਾ ਨੇ ਦੱਸ ਦਿੱਤੇ ਆ। ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਾਰ ਦੇ ਕੇ ਤੇ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੀਆਂ ਗਈਆਂ, ਜਦੋਂ ਕਿ ਸਾਰੇ ਪਰਿਵਾਰਾਂ ਦੇ ਜਿਹੜੇ ਜੀ ਸਨ, ਸ਼ਹੀਦਾਂ ਦੇ ਜੀ ਸਨ, ਉਹ ਉਸ ਹਸਪੀਟਲ ਦੇ ਸਾਹਮਣੇ ਜਿੱਥੇ ਪੋਸਟਮਾਰਟਮ ਹੋਇਆ ਸੀ ਹਾਜ਼ਰ ਸਨ। ਇਹ ਕਾਂਡ ਬਰਨਾਲਾ ਸਰਕਾਰ ਦੇ ਟਾਈਮ ਦੇ ਉੱਤੇ ਹੋਇਆ। 36 ਸਾਲ ਹੋ ਗਏ ਆ, 37 ਸਾਲ ਹੋ ਗਿਆ ਇਹ ਪਰਿਵਾਰ ਨੂੰ ਨਿਆਂ ਦਾ ਯਤਨ ਕਰਦਿਆਂ, ਨਿਆਂ ਲੈਣ ਲਈ ਯਤਨ ਕਰਦਿਆਂ। ਹਾਈ ਕੋਰਟ 'ਚ ਕੇਸ ਪੈਂਡਿੰਗ ਆ, ਪਰ ਕਿਵੇਂ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਨੇ ਗੋਲੀ ਚਲਾਉਣ ਦਾ ਆਰਡਰ ਦਿੱਤਾ, ਤੇ ਜਿਹੜੇ ਇਹਦੇ ਵਿੱਚ ਹੋਰ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਵਾ, ਤੇ ਅੱਜ ਤੱਕ ਨਿਆਂ ਨਹੀਂ ਮਿਲਿਆ। ਇਹ ਇਸੇ ਤਰ੍ਹਾਂ ਹੀ ਜਿਹੜੇ ਹੋਰ ਸਿੰਘ ਸ਼ਹੀਦ ਹੋਏ ਆ, ਭਾਵੇਂ ਉਹ ਬਾਈਬਲ ਕਲਾਂ, ਭਾਵੇਂ ਸਿੱਧਵਾਂ ਚੌੜ, ਤੇ ਭਾਵੇਂ ਹੋਰ ਕਿਤੇ, ਉਹਨਾਂ ਦਾ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ। ਬੰਦੀ ਸਿੰਘ ਸਾਡੇ ਜਿਹੜੇ ਆ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਬੰਦ ਨੇ, ਪਰ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਇਹ ਗੱਲ ਅਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਦੇ ਨਾਲ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੇ ਸੰਵਿਧਾਨ, ਹਿੰਦੁਸਤਾਨ ਦੇ ਕਾਨੂੰਨ ਤੇ ਸਟੇਟ ਰੂਲ ਦੇ ਅਨੁਸਾਰ ਨਿਆਂ ਨਹੀਂ ਕੀਤਾ ਜਾਂਦਾ, ਤੇ ਉਹ ਨਿਆਂ ਲੈਣ ਲਈ ਸਿੱਖ ਕੌਮ ਦੀਆਂ ਸਾਰੀਆਂ ਜਥੇਬੰਦੀਆਂ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ, ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਮੇਰੀ ਪੁਰਜ਼ੋਰ ਅਪੀਲ ਆ ਕਿ ਸਿੱਖਾਂ ਨਾਲ ਹੋ ਰਹੇ ਅਨਿਆਂ, ਧੱਕੇਸ਼ਾਹੀ ਦੇ ਵਿਰੁੱਧ ਇਸ ਹਿੰਦ ਸਰਕਾਰ ਤੋਂ ਨਿਆਂ ਲੈਣ ਲਈ ਇੱਕ ਸੁਰਤਾ ਵਿੱਚ ਆਓ।